काहू लै पाहन पूज धरियो सिर। काहू लै लिंग गरे लटकायो। काहू लखियो हर आवाची दिशा में। काहू पिशाह को शीस नवायो। को बुतान को पूजत है पास। को मृतान को पूजन तायो। कूर क्रिया उर्ज्यो सब ही जग। श्री भगवान को भेद न पायो। कूर क्रिया उर्ज्यो सब ही जग। श्री भगवान को भेद न पायो। सुकाओ टल गुर सेविय आयनस सहज सुभाए। दर्शन परसिय गुरु के जन्म मरण दुख जाए। सिफतक संबंधी नूरसों कुरसों चटिया। हे सच्चे पातशाह माल जन्म जन्म दी कटिया। डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। सोरठ महला पंजवा घर पहला। जाका हृदय वस्या तू करते ताकि तैना आस पुजाई। दास अपने को तो विसरे नहीं। चरण तूर मन पाई। तेरी अकथ कथा कथना जाई। गौन निदान सुख दाते स्वामी सब ते ऊंच बढ़ाई। जाका हृदय वस्या तू करते ताकि तै आस पुजाई। वाहिगुरु जी का खालसा वाहिगुरु जी की फतेह। पतत पावन किरपा निधान गरीब नवाज सतगुरु साहिब गुरु ग्रंथ साहिब जियां दी पवित्र पावन हजूरी अंदर सुभाएमान हो रही गुरु की संगत। अमृत वेले तो सतगुरां दे सज रहे दरबार दे अंदर आपां गुरबाणी दे कीर्तन गुरबाणी दे नितनेम दियां दातां सरवण कीतियां। मिलिया समा मिले सवास ये सफला बनाया मनुखा जन्म दे विचों जो सत संगत विच आके बैठे हाँ। इस वेले लड़ीवार गुरबाणी की कथा जो आपां सरवण कर रहे हाँ। तिस कथा नूं सुनन वास्ते आप संगतां दूरों नेड़ियों चल के एकत्रित होए हो। आओ अपने मन के ध्यान नूं टकाइए। भावना नाल सतगुरां दे बचन सरवण करिए। लाहा प्राप्त करिए। मिलके आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा घर पहला। पंचम पातशाह शहीदां दे सरताज बानी नूं रचनहार
ਸਾਹਿਬ ਗੁਰੂ ਅਰਜਨ ਦੇਵ ਜੀਆਂ ਦਾ ਇਹ ਪਵਿੱਤਰ ਸ਼ਬਦ ਆਪਾਂ ਸੋਲਠ ਰਾਗ ਦੇ ਅੰਦਰ ਸਰਵਣ ਕਰ ਰਹੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 610 ਅੰਗ ਦੇ ਉੱਪਰ ਅੰਕਿਤ ਕੀਤਾ ਹੈ। ਪਹਿਲੇ ਘਰ ਦੇ ਅੰਦਰ ਗਾਉਣ ਦਾ ਹੁਕਮ ਫਰਮਾ ਕੇ ਮਹਾਰਾਜ ਜੀ ਉਪਦੇਸ਼ ਬਖਸ਼ਦੇ ਹਨ। ਜਾਂ ਕਾ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ। ਗੁਰੂ ਬਖਸ਼ਿਸ਼ ਕਰਦੇ ਇਹ ਕਰਤੇ ਦੁਨੀਆ ਨੂੰ ਬਣਾਉਣ ਵਾਲੇ ਪਰਮਾਤਮਾ ਜਿਸ ਗੁਰਮੁਖ ਦੇ ਜਿਸ ਸਾਧੂ ਦੇ ਆਪ ਜੀ ਹਿਰਦੇ ਵਿੱਚ ਵਸੇ, ਇਹ ਕਰਤੇ ਕਰਨ ਵਾਲੇ ਦੁਨੀਆ ਬਣਾਉਣ ਵਾਲੇ ਪਰਮਾਤਮਾ ਜਿਸ ਦੇ ਹਿਰਦੇ ਵਿੱਚ ਤੁਸੀਂ ਵਸੇ ਹੋ, ਤਾਂ ਕੀ ਤੈ ਆਸ ਪੁਰਾਈ, ਉਸ ਦੀਆਂ ਆਸਾਂ ਤੁਸੀਂ ਪੂਰੀਆਂ ਕਰ ਦਿੱਤੀਆਂ। ਆਸਾ ਮਨ ਦੇ ਫੁਰਨੇ ਤੁਸੀਂ ਪੂਰੇ ਕਰ ਦਿੱਤੇ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਿਸ ਦੇ ਹਿਰਦੇ ਵਿੱਚ ਵਸ ਜਾਂਦੇ ਹੋ ਉਹਦੇ ਫੁਰਨੇ ਆਉਣ ਤੋਂ ਪਹਿਲਾਂ ਹੀ ਉਸ ਦੇ ਫੁਰਨੇ ਪੂਰੇ ਕਰ ਦਿੰਦੇ ਹੋ। ਐਸੀ ਆਪ ਜੀ ਬਖਸ਼ਿਸ਼ ਕਰਦੇ ਹੋ, ਐਸੀ ਤੁਹਾਡੀ ਰਹਿਮਤ ਹੁੰਦੀ ਹੈ। ਤੁਸੀਂ ਆਪਣੇ ਭਗਤਾਂ ਦੇ, ਦਾਸਾਂ ਦੇ, ਗੁਰਮੁਖਾਂ ਦੇ ਮਨ ਦੇ ਫੁਰਨੇ, ਉਹਨਾਂ ਦੇ ਫੁਰਨੇ ਬਣਨ ਤੋਂ ਪਹਿਲਾਂ ਉਹਨਾਂ ਦੇ ਫੁਰਨੇ ਪੂਰੇ ਹੋ ਜਾਂਦੇ। ਇੱਕ ਵੇਲੇ ਕਿਸੇ ਸਮਾਗਮ ਦੇ ਵਿੱਚ ਕੁਝ ਮਹਾਤਮਾ ਨਾਮ ਰਸੀਏ ਇਕੱਤਰਤ ਹੋਏ ਤੇ ਉਹਨਾਂ ਦੀਆਂ ਵਿਚਾਰਾਂ ਚੱਲ ਪਈਆਂ। ਵਿਚਾਰਾਂ ਚੱਲਦਿਆਂ ਚੱਲਦਿਆਂ ਇਹ ਵਿਚਾਰ ਸ਼ੁਰੂ ਹੋਈ ਅਤੇ ਕਿਸੇ ਗੁਰਮੁਖ ਮਹਾਤਮਾ ਨੇ ਇਹ ਗੱਲ ਕਹਿ ਦਿੱਤੀ, ਮੇਰੇ ਮਨ ਵਿੱਚ ਜਿਹੜੀ ਆਸ ਬਣ ਜਾਵੇ, ਕੋਈ ਫੁਰਨਾ ਬਣ ਜਾਵੇ, ਉਹ 8 ਪਹਿਰਾਂ ਵਿੱਚ ਪੂਰਾ ਹੋ ਜਾਂਦਾ। ਭਾਵ ਕਿ ਦਿਨ ਰਾਤ ਦੇ ਸਮੇਂ ਵਿੱਚ ਪਰਮਾਤਮਾ ਉਹ ਪੂਰਾ ਕਰ ਦਿੰਦਾ। ਮੇਰੇ ਤੇ ਇੰਨੀ ਬਖਸ਼ਿਸ਼ ਪਰਮਾਤਮਾ ਦੀ ਹੈ। ਉੱਥੇ ਹੋਰ ਕੋਈ ਚੜ੍ਹਦੀ ਕਲਾ ਵਾਲੇ ਮਹਾਤਮਾ ਬੈਠੇ, ਉਹਨਾਂ ਨੇ ਬਚਨ ਆਖਿਆ, ਕਹਿਣ ਲੱਗੇ ਜੇ ਫੁਰਨਾ ਮਨ ਵਿੱਚ ਬਣ ਜਾਵੇ ਤੇ ਸਾਡਾ ਫੁਰਨਾ ਜਿਹੜਾ ਹੈ ਉਹ 4 ਪਹਿਰਾਂ ਵਿੱਚ ਪੂਰਾ ਹੋ ਜਾਂਦਾ। ਭਾਵ ਕਿ ਦਿਨ ਵਿੱਚ ਹੀ ਪੂਰਾ ਹੋ ਜਾਂਦਾ, ਰਾਤ ਪੈਂਦੀ ਨਹੀਂ ਹੈ। ਹੋਰ ਜਿਹੜੇ ਮਹਾਤਮਾ ਸਨ, ਹੋਰ ਉੱਚੇ ਜੀਵਨ ਵਾਲੇ, ਉਹਨਾਂ ਨੇ ਆਪੋ ਆਪਣਾ ਤਜਰਬਾ ਸਾਂਝਾ ਕੀਤਾ। ਕਿਸੇ ਨੇ 2 ਪਹਿਰਾਂ ਦੀ ਗੱਲ, ਕਿਸੇ ਨੇ 1 ਪਹਿਰ ਦੀ ਗੱਲ ਕੀਤੀ ਹੈ। ਤੇ ਬੜੇ ਅਗੰਮੀ ਮਹਾਂਪੁਰਖ ਮਹਾਤਮਾ ਨਾਮ ਰਸੀਏ ਬੈਠੇ, ਉਹਨਾਂ ਦੇ ਕੋਲੋਂ ਪੁੱਛ ਲਿਆ। ਕਹਿਣ ਲੱਗੇ ਜੀ ਆਪ ਜੀ ਵੀ ਕੋਈ ਚਾਨਣਾ ਪਾਓ, ਆਪ ਜੀ ਦੇ ਫੁਰਨੇ ਕਿੰਨੇ ਸਮੇਂ ਵਿੱਚ ਪੂਰੇ ਹੁੰਦੇ। ਤੇ ਜਦੋਂ ਉਹਨਾਂ ਨੇ ਬਚਨ ਸੁਣਿਆ ਤੇ ਫਿਰ ਜਵਾਬ ਦਿੱਤਾ। ਕਹਿਣ ਲੱਗੇ ਗੁਰਮੁਖੋ, ਫੁਰਨਾ ਪੂਰਾ ਹੋਣਾ ਇਹ ਦੂਰ ਦੀ ਗੱਲ ਹੈ। ਸਾਨੂੰ ਪਹਿਲੀ ਗੱਲ ਤੇ ਫੁਰਨਾ ਹੀ ਨਹੀਂ ਆਉਂਦਾ। ਜੇ ਫੁਰਨਾ ਆਉਂਦਾ ਵੀ ਹੈ ਤੇ ਫੁਰਨਾ ਆਉਣ ਤੋਂ ਪਹਿਲਾਂ ਸਾਡਾ ਫੁਰਨਾ ਪੂਰਾ ਹੋ ਜਾਂਦਾ। ਪੂਰਾ ਪਹਿਲਾਂ ਹੋ ਜਾਂਦਾ, ਫੁਰਨਾ ਆਉਂਦਾ ਹੀ ਬਾਅਦ 'ਚ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਜਾ ਕੇ ਹਿਰਦੈ ਵਸਿਆ ਤੂੰ ਕਰਤੇ, ਕਰਤੇ ਅਕਾਲ ਪੁਰਖ ਜਿਸ ਗੁਰਮੁਖ ਦੇ ਤੁਸੀਂ ਹਿਰਦੇ ਵਿੱਚ ਵਸ ਜਾਂਦੇ ਹੋ, ਤਾਂ ਕੀ ਤੈ ਆਸ ਪੁਰਾਈ, ਉਸ ਦੀਆਂ ਆਪ ਜੀ ਆਸਾਂ ਜਿਹੜੀਆਂ ਨੇ ਫੁਰਨੇ ਆਉਣ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੰਦੇ। ਫੁਰਨਾ ਕੋਈ ਰਹਿ ਹੀ ਨਹੀਂ ਜਾਂਦਾ ਹੈ। ਸਾਡੇ ਸਾਹਮਣੇ ਬੜੇ ਬੜੇ ਮਹਾਤਮਾ ਗੁਰਮੁਖਾਂ ਦਾ ਨਾਮ ਜਪਣ ਵਾਲਿਆਂ ਭਗਤਾਂ ਦਾ, ਗੁਰਸਿੱਖਾਂ ਦਾ ਜੀਵਨ ਅਸੀਂ ਪੜ੍ਹਦੇ ਤੇ ਸੁਣਦੇ। ਮਹਾਰਾਜ ਕਹਿਣ ਲੱਗੇ, ਭਾਈ ਐਸੀਆਂ ਦਾਤਾਂ ਪ੍ਰਾਪਤ ਹੋਈਆਂ ਉਹਨਾਂ ਗੁਰਮੁਖਾਂ ਦੀਆਂ, ਆਪ ਜੀ ਆਸਾਂ ਪੂਰੀਆਂ ਕਰਨ ਵਾਲੇ ਹੋ। ਦਾਸ ਆਪਣੇ ਕੋ ਤੂੰ ਵਿਸਰੈ ਨਹੀਂ। ਆਪਣਿਆਂ ਦਾਸਾਂ ਨੂੰ, ਭਗਤਾਂ ਨੂੰ ਕਦੇ ਵੀ ਮਨ ਵਿੱਚੋਂ ਭੁੱਲਦੇ ਨਹੀਂ ਹੋ। ਜਿਹੜੇ ਤੁਹਾਡੇ ਦਾਸ ਨੇ ਨਾ, ਸੇਵਕ ਬਣੇ, ਉਹਨਾਂ ਨੂੰ ਕਦੇ ਵੀ ਮਨ ਵਿੱਚੋਂ ਭੁੱਲਦੇ ਨਹੀਂ ਹੋ। ਚਰਨ ਧੂੜ ਮਨ ਭਾਈ। ਕਿਹੜੇ ਦਾਸਾਂ ਦੀ ਆਪ ਜੀ ਗੱਲ ਕਰਦੇ ਹੋ? ਦਾਸ, ਨਾਮ ਦੇ ਅੱਗੇ ਦਾਸ ਲਵਾ ਲੈਣਾ, ਨਾਮ ਦੇ ਪਿੱਛੇ ਦਾਸ ਲਵਾ ਲੈਣਾ, ਇਸ ਤਰ੍ਹਾਂ ਦੇ ਤੇ ਬੜੇ ਦੁਨੀਆ ਵਿੱਚ ਤੁਰੇ ਫਿਰਦੇ। ਪਰ ਅਸਲ ਵਿੱਚ ਇੱਥੇ ਉਹਨਾਂ ਦਾਸਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਮਨ ਨੂੰ ਆਪ ਜੀ ਦੇ ਚਰਨਾਂ ਦੀ ਧੂੜੀ ਪਾਈ ਹੈ। ਆਪ ਜੀ ਦੇ ਚਰਨਾਂ ਦੀ ਧੂੜੀ, ਸਤ ਸੰਗਤ ਦੇ ਚਰਨਾਂ ਦੀ ਧੂੜੀ ਜਿਨ੍ਹਾਂ ਦੇ ਮਨ ਨੂੰ ਚੰਗੀ ਲੱਗੀ ਹੈ। ਪਾਤਸ਼ਾਹ ਕਹਿਣ ਲੱਗੇ, ਉਹ ਜਿਹੜੇ ਗੁਰਮੁਖ ਨੇ ਨਾ, ਇਹ ਪਰਮਾਤਮਾ ਆਪ ਜੀ ਉਹਨਾਂ ਨੂੰ ਕਦੇ ਭੁੱਲਦੇ ਨਹੀਂ, ਉਹਨਾਂ ਨੂੰ ਹਮੇਸ਼ਾ ਆਪ ਜੀ ਯਾਦ ਰੱਖਦੇ ਹੋ।
ਆਪਣੇ ਧਿਆਨ ਦੇ ਵਿੱਚ, ਤੇ ਉਹ ਗੁਰਮੁਖ ਜਿਹੜੇ ਨੇ ਆਪ ਜੀ ਨੂੰ ਆਪਣੇ ਧਿਆਨ ਵਿੱਚ ਯਾਦ ਰੱਖਦੇ, ਪਰ ਰੱਖਦੇ ਉਹ ਨੇ ਜਿਨ੍ਹਾਂ ਦੇ ਮਨ ਨੂੰ ਆਪ ਜੀਆਂ ਦੇ ਚਰਨਾਂ ਦੀ ਧੂੜੀ ਪਾਈ ਹੈ, ਭਾਵ ਕੇ ਚੰਗੀ ਲੱਗੀ ਹੈ। ਤੇਰੀ ਅਕਥ ਕਥਾ ਕਥਨ ਨਾ ਜਾਈ। ਮੁਖ ਜੀ ਆਪ ਜੀ ਦੀ ਜੋ ਕਥਾ ਹੈ ਨਾ, ਉਹ ਅਕਥ ਹੈ। ਕੋਈ ਆਪ ਜੀ ਦੀ ਕਥਾ ਦਾ ਵਿਖਿਆਨ ਨਹੀਂ ਕਰ ਸਕਦਾ, ਕੋਈ ਅੰਤ ਨਹੀਂ ਪਾ ਸਕਦਾ, ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਪ੍ਰਮਾਤਮਾ ਦਾ ਪੂਰਾ ਵਰਣਨ ਕਰ ਦਿੱਤਾ ਹੈ, ਹੁਣ ਉਹਦਾ ਕੋਈ ਵਰਣਨ ਨਹੀਂ ਕਰ ਸਕਦਾ, ਜਾਂ ਹੁਣ ਅੱਖਰ ਖਤਮ ਹੋ ਗਏ ਨੇ। ਮਹਾਰਾਜ ਕਹਿਣ ਲੱਗੇ ਤੇਰੀ ਅਕਥ ਕਥਾ, ਆਪ ਜੀ ਦੀ ਜਿਹੜੀ ਕਥਾ ਉਹ ਅਕਥ ਹੈ, ਕਥਨ ਨਾ ਜਾਈ, ਕਿਸੇ ਕੋਲੋਂ ਕਥਨ ਕੀਤੀ ਨਹੀਂ ਜਾ ਸਕਦੀ, ਕੋਈ ਅੰਤ ਨਹੀਂ ਪਾ ਸਕਦਾ ਹੈ। ਆਪ ਜੀ ਐਸੇ ਬੇਅੰਤ ਹੋ। ਪਾਤਸ਼ਾਹ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਸੇਖ ਫਣੀ ਅੰਤ ਨਾ ਜਾਣੈ। ਸੋ ਇਹ ਮਹਾਰਾਜ ਜੀ ਦੀ ਗੁਰਬਾਣੀ ਦਾ ਬਖਸ਼ਿਸ਼ ਵਾਲਾ ਬਚਨ। ਕਹਿਣ ਲੱਗੇ ਵੱਡੇ ਵੱਡੇ ਸੇਸ ਨਾਗ ਵਰਗੇ ਜਿਹੜੇ ਨਿਤਾ ਪ੍ਰਤੀ ਤੇਰੇ ਨਾਮ ਦੀ ਵਿਚਾਰ ਕਰਦੇ, ਉਹਨਾਂ ਨੇ ਵੀ ਆਪ ਜੀ ਦੇ ਨਾਮ ਦਾ ਜਾਂ ਆਪ ਜੀ ਦੀ ਸਿਫਤ ਦਾ ਅੰਤ ਨਹੀਂ ਪਾਇਆ ਹੈ। ਆਪ ਜੀ ਬੇਅੰਤ ਹੋ ਅਕਾਲ ਪੁਰਖ ਜੀ, ਤੁਹਾਡੀ ਕਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ, ਕੋਈ ਵਿਖਿਆਨ ਨਹੀਂ ਕਰ ਸਕਦਾ, ਇੰਨੀ ਬੇਅੰਤ ਆਪ ਜੀ ਵਡਿਆਈ ਦੇ ਮਾਲਕ ਹੋ। ਗੁਣ ਨਿਧਾਨ ਸੁਖ ਦਾਤੇ ਸੁਆਮੀ, ਸਭ ਤੇ ਉੱਚ ਵਡਾਈ। ਆਪ ਜੀ ਗੁਣਾਂ ਦੇ ਨਿਧਾਨ ਹੋ। ਨਿਧਾਨ ਗੁਰਮੁਖੋ ਖਜ਼ਾਨੇ ਨੂੰ ਆਖਿਆ ਜਾਂਦਾ ਹੈ। ਆਪ ਜੀ ਗੁਣਾਂ ਦਾ ਖਜ਼ਾਨਾ ਹੋ। ਇਹੋ ਜਿਹਾ ਖਜ਼ਾਨਾ ਹੋ ਗੁਣਾਂ ਦਾ ਕਿ ਗੁਣ ਵੰਡਦਿਆਂ ਵੰਡਦਿਆਂ ਵੀ ਆਪ ਜੀ ਦੇ ਗੁਣ ਮੁੱਕਦੇ ਨਹੀਂ। ਐਸੇ ਬੇਅੰਤ ਗੁਣਾਂ ਦੇ ਆਪ ਜੀ ਮਾਲਕ ਹੋ। ਗੁਣ ਨਿਧਾਨ ਸੁਖ ਦਾਤੇ, ਆਪ ਜੀ ਸੁਖਾਂ ਨੂੰ ਦੇਣ ਵਾਲੇ ਸੁਆਮੀ, ਸਭ ਦੇ ਮਾਲਕ ਹੋ। ਆਪ ਜੀ ਦੀ ਵਡਿਆਈ ਸਾਰਿਆਂ ਤੋਂ ਉੱਚੀ ਹੈ। ਦੁਨੀਆ ਦੀਆਂ ਵਡਿਆਈਆਂ ਜਿੱਥੇ ਜਾ ਕੇ ਖਤਮ ਹੋ ਜਾਂਦੀਆਂ, ਪਰਮਾਤਮਾ ਆਪ ਜੀ ਦੀ ਵਡਿਆਈ ਤੇ ਬੇਅੰਤ ਹੈ, ਸਭ ਤੋਂ ਉੱਚੀ ਹੈ। ਉਸ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਐਸੇ ਆਪ ਜੀ ਵਡਿਆਈ ਦੇ ਮਾਲਕ ਹੋ। ਰਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੇ ਤੁਮ ਲਿਖ ਪਾਈ। ਇਸ ਤਰ੍ਹਾਂ ਦੇ ਆਪ ਜੀਆਂ ਨੇ ਕਰਮਾਂ ਦਾ ਫਲ ਜੀਵਾਂ ਦੇ ਹਿੱਸੇ ਪਾਇਆ ਹੈ, ਉਹੋ ਜਿਹੇ ਕਰਮਾਂ ਨੂੰ ਇਹ ਜਿਹੜੇ ਜੀਵ ਨੇ ਨਾ ਇਹ ਕਰਦੇ ਨੇ। ਸੋ ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜਿਆੜੇ ਪਾਸ। ਗੁਰਬਾਣੀ ਦਾ ਫਰਮਾਨ ਹੈ, ਜਿਸ ਤਰ੍ਹਾਂ ਦੀ ਕਲਮ ਉਸ ਪ੍ਰਮਾਤਮਾ ਨੇ ਇਸ ਜੀਵ ਦੇ ਮੱਥੇ ਤੇ ਫੇਰੀ ਹੈ, ਉਹੋ ਜਿਹਾ ਕਰਮ ਇਹ ਜੀਵ ਕਰਦਾ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਸੋ ਸੋ ਕਰਤ ਕਰਮ ਹੈ, ਸੋ ਸੋ ਕਰਮ ਕਰਤ ਹੈ ਪ੍ਰਾਣੀ। ਇਹ ਪ੍ਰਾਣੀ, ਇਹ ਜੀਵ ਜਿੰਨੇ ਦੁਨੀਆ ਤੇ ਆਏ ਨੇ, ਇਹ ਉਹੀ ਕਰਮ ਕਰਦੇ ਨੇ ਜੋ ਆਪ ਜੀ ਨੇ ਇਹਨਾਂ ਦੇ ਮਸਤਕ ਦੇ ਉੱਪਰ ਲਿਖਿਆ ਹੋਇਆ। ਤੁਹਾਡੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੈ। ਇਹ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਜੋ ਹੈ, ਇਹ ਤੁਹਾਡੇ ਹੁਕਮ ਦੇ ਵਿੱਚ ਕਰਮਾਂ ਦੀ ਬੱਧੀ ਹੋਈ। ਜਿਸ ਤਰ੍ਹਾਂ ਆਪ ਜੀ ਕਿਸੇ ਨੂੰ ਕਰਮ ਭਗਤਾਉਂਦੇ ਹੋ, ਉਸੇ ਤਰ੍ਹਾਂ ਇਹ ਜੀਵ ਕਰਦੇ ਹਨ। ਸੇਵਕ ਤੁਮ ਸੇਵਾ ਦੇਨੀ, ਦਰਸ਼ਨ ਦੇਖ ਅਗਾਈ। ਜਿਹੜੇ ਆਪ ਜੀ ਦੇ ਸੇਵਕ ਬਣੇ ਨੇ, ਮਨ ਕਰਕੇ ਸੇਵਕ ਬਣ ਗਏ, ਇਹੋ ਜਿਹੇ ਜਿਹੜੇ ਸੇਵਕ ਨੇ ਉਹਨਾਂ ਨੂੰ ਤੁਸੀਂ ਆਪਣੀ ਸੇਵਾ ਬਖਸ਼ਿਸ਼ ਕੀਤੀ ਹੋਈ ਹੈ। ਉਹ ਗੁਰਮੁਖ ਬਣ ਕੇ ਆਪ ਜੀ ਦੀ ਸੇਵਾ ਵਿੱਚ ਲੱਗੇ ਹੋਏ ਸੇਵਕਾਂ ਨੂੰ ਆਪ ਜੀ ਆਪਣੀ ਸੇਵਾ ਬਖਸ਼ਿਸ਼ ਕਰਦੇ ਹੋ। ਉਹ ਫਿਰ ਸੇਵਕ ਜਿਹੜੇ ਨੇ ਦਰਸ਼ਨ ਦੇਖ ਅਗਾਈ, ਆਪ ਜੀ ਦੇ ਪਵਿੱਤਰ ਦਰਸ਼ਨ ਕਰਕੇ ਹੀ ਰੱਜ ਜਾਂਦੇ। ਆਪ ਜੀ ਦੇ ਦਰਸ਼ਨ ਕਰਕੇ ਉਹਨਾਂ ਦੀ ਬੁੱਧੀ ਰੱਜ ਜਾਂਦੀ ਹੈ, ਉਹਨਾਂ ਦੇ ਵਿਚਾਰ ਰੱਜ ਜਾਂਦੇ ਨੇ, ਉਹਨਾਂ ਦੇ ਨੇਤਰ ਰੱਜ ਜਾਂਦੇ। ਐਸੀਆਂ ਦਾਤਾਂ ਆਪ ਜੀ ਦੇ ਦਰਸ਼ਨ ਵਿੱਚੋਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ। ਉਹ ਆਪ ਜੀ ਨੂੰ ਤੱਕ ਕੇ ਦੁਨੀਆ ਦੇ ਹੋਰ ਕਿਸੇ ਦੇ ਪਦਾਰਥ ਮੰਗਣ ਦੀ ਇੱਛਾ ਹੀ ਨਹੀਂ ਰੱਖਦੇ। ਦੁਨੀਆ ਦੇ ਪਦਾਰਥਾਂ ਦੀ ਇੱਛਾ ਉਹਨਾਂ ਦੇ ਮਨ ਵਿੱਚੋਂ ਮੁੱਕ ਜਾਂਦੀ ਹੈ। ਐਸੇ ਆਪ ਜੀ ਦੇ ਦਰਸ਼ਨ ਜਿਹੜੇ ਨੇ ਉਹਨਾਂ ਨੂੰ ਤ੍ਰਿਪਤ ਕਰ ਦਿੰਦੇ, ਉਹਨਾਂ ਨੂੰ ਰਜ਼ਾ ਦਿੰਦੇ ਹਨ। ਸਰਬ ਨਿਰੰਤਰ ਤੁਮ ਹੈ ਸਮਾਨੇ, ਜਾਂ ਕੋ ਤੁਧ ਆਪ ਬੁਝਾਈ। ਸਾਰਿਆਂ ਦੇ ਵਿੱਚ ਨਿਰੰਤਰ ਕਹੀਏ, ਇੱਕ ਰਸ ਸਾਰਿਆਂ ਦੇ ਵਿੱਚ ਆਪ ਜੀ ਸਮਾਏ ਹੋਏ, ਪਰ ਦਿਸਦੇ ਆਪ ਜੀ ਉਹਨਾਂ ਨੂੰ ਹੋ ਜਿਨ੍ਹਾਂ ਨੂੰ ਆਪ ਜੀਆਂ ਨੇ ਸੋਝੀ ਬਖਸ਼ਿਸ਼ ਕੀਤੀ ਹੈ। ਸਾਰਿਆਂ ਨੂੰ ਆਪ ਜੀ ਦਿਸਦੇ ਨਹੀਂ ਹੋ। ਤੁਸੀਂ ਸਾਰਿਆਂ ਦੇ ਵਿੱਚ ਜਮੀ ਜਮਾਨ ਕਹਿ ਬਿਖੈ ਸਮਸਤ ਏਕ ਜੋਤ ਹੈ। ਇਹ ਬਚਨ ਨੇ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ। ਆਕਾਸ਼ ਜ਼ਮੀਨ ਦੇ ਵਿੱਚ, ਮਾਰੂਥਲਾਂ ਦੇ ਵਿੱਚ ਪ੍ਰਮਾਤਮਾ ਨਿਵਾਸ ਕਰਦਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਜਿਹੜੇ ਸਾਧੂ ਨੇ
ਉਹਨਾਂ ਨੇ ਆਪ ਜੀ ਨੂੰ ਹਰੇਕ ਹਿਰਦੇ ਵਿੱਚ ਵੇਖਿਆ ਹੈ, ਪਰ ਵੇਖਿਆ ਉਹਨਾਂ ਨੇ ਜਿਸ ਨੂੰ ਤੈਂ ਆਪ ਬੁਝਾਈ, ਜਿਨ੍ਹਾਂ ਨੂੰ ਤੁਸੀਂ ਆਪ ਸੋਝੀ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਸੋਝੀ ਬਖਸ਼ਿਸ਼ ਨਹੀਂ ਨਾ ਕੀਤੀ, ਗਿਆਨ ਨਹੀਂ ਇਹ ਪ੍ਰਾਪਤ ਹੋਇਆ, ਉਹ ਤੈਨੂੰ ਵੇਖ ਨਹੀਂ ਸਕੇ। ਵੇਖਿਆ ਉਹਨਾਂ ਨੇ ਜਿਨ੍ਹਾਂ ਨੂੰ ਤੁਸੀਂ ਆਪ ਵਿਖਾਇਆ ਹੈ ਰਹਿਮਤ ਕਰਕੇ, ਬਖਸ਼ਿਸ਼ ਕਰਕੇ। ਜਿਵੇਂ ਆਪਾਂ ਇਤਿਹਾਸ ਦੇ ਵਿੱਚ ਇਹ ਬਚਨ ਕਈ ਵਾਰੀ ਸਰਵਣ ਕੀਤਾ ਹੈ ਕਿ ਭਗਤ ਪ੍ਰਹਿਲਾਦ ਨੂੰ ਥੰਮ ਦੇ ਨਾਲ ਬੱਧਾ। ਹੁਣ ਉਹੀ ਇੱਕ ਵਿਅਕਤੀ ਹੈ ਜਿਸ ਨੂੰ ਥੰਮ ਦੇ ਵਿੱਚ ਵੀ ਪ੍ਰਮਾਤਮਾ ਨਜ਼ਰ ਆਉਂਦਾ ਹੈ, ਤੇ ਸਾਹਮਣੇ ਹਰਨਾਕਸ਼ ਖਲੋਤਾ ਹੈ, ਉਸ ਨੂੰ ਆਪਣੇ ਪੁੱਤਰ ਦੇ ਵਿੱਚ ਵੀ ਇਹ ਨਜ਼ਰ ਨਹੀਂ ਆਇਆ ਵੀ ਇਹ ਵੀ ਰੱਬ ਦਾ ਜੀਵ ਹੈ, ਤੇ ਰੱਬ ਤੇ ਸਾਰਿਆਂ ਦੇ ਮਨ ਵਿੱਚ ਵਸਿਆ। ਹਰਨਾਕਸ਼ ਨੂੰ ਜਿਉਂਦੇ ਜਾਗਦੇ ਪੁੱਤਰ ਵਿੱਚ ਵੀ ਪ੍ਰਮਾਤਮਾ ਨਜ਼ਰ ਨਹੀਂ ਆਇਆ, ਪਰ ਪ੍ਰਹਿਲਾਦ ਨੂੰ ਇੱਕ ਥੰਮ ਦੇ ਵਿੱਚ, ਉਹਦੇ ਵਿੱਚ ਵੀ ਉਹ ਪ੍ਰਮਾਤਮਾ ਨਜ਼ਰ ਆਉਂਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਇਹ ਸੋਝੀ ਮਿਲਦੀ ਵੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਉਹ ਸੋਝੀ ਆਪ ਦਿੰਦਾ ਹੈ, ਜਿਹਦੇ ਤੇ ਆਪ ਕਿਰਪਾ ਕਰਦਾ ਹੈ। ਉਹਨਾਂ ਨੂੰ ਆਪ ਜੀ ਸਾਰਿਆਂ ਥਾਵਾਂ ਤੇ ਨਜ਼ਰ ਆਉਂਦੇ ਹੋ, ਸਾਰਿਆਂ ਥਾਵਾਂ ਤੇ ਦਿਖਾਈ ਦਿੰਦੇ ਹੋ। ਇਹ ਆਪ ਜੀ ਦੀਆਂ ਦਾਤਾਂ ਹਨ। ਗੁਰ ਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਭਏ ਸਭ ਠਾਈ। ਕਿਰਪਾ ਨਾਲ ਜਿਨ੍ਹਾਂ ਦਾ ਅਗਿਆਨ ਖਤਮ ਹੋਇਆ ਹੈ। ਇਹ ਜਿਹੜਾ ਅਗਿਆਨ ਹੈ ਨਾ, ਇਹ ਪ੍ਰਮਾਤਮਾ ਨੂੰ ਮਿਲਣ ਵਿਚਾਲੇ ਸਮਝ ਲਓ ਵੀ ਕੰਧ ਹੈ। ਜਿਵੇਂ ਕੰਧ ਨੂੰ ਟੱਪ ਕੇ ਦੂਜੇ ਪਾਸੇ ਜਾਣਾ ਬੜਾ ਔਖਾ ਹੈ, ਮਹਾਰਾਜ ਕਹਿਣ ਲੱਗੇ ਇਹ ਅਗਿਆਨ ਦੀ ਜਿਹੜੀ ਕੰਧ ਹੈ ਨਾ, ਇਹ ਪ੍ਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੀ ਹੈ। ਪਰ ਜਿਨ੍ਹਾਂ ਦੇ ਉੱਪਰ ਹੋਈ ਗੁਰੂ ਦੀ ਕਿਰਪਾ, ਉਹਨਾਂ ਦੀ ਅਗਿਆਨਤਾ ਦੀ ਕੰਧ ਇਹ ਮੁੱਕ ਜਾਂਦੀ ਹੈ, ਟੁੱਟ ਜਾਂਦੀ, ਦੂਰ ਹੋ ਜਾਂਦੀ ਹੈ। ਪ੍ਰਗਟ ਭੈ ਸਭ ਥਾਈ, ਉਹਨਾਂ ਗੁਰਮੁਖਾਂ ਨੂੰ ਫਿਰ ਸਾਰਿਆਂ ਥਾਵਾਂ ਤੇ ਆਪ ਜੀ ਪ੍ਰਗਟ ਹੀ ਦਿਖਾਈ ਦੇਣ ਲੱਗ ਪੈਂਦੇ ਹੋ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਐਸੀ ਅਵਸਥਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਸੋਈ ਗਿਆਨੀ ਸੋਈ ਧਿਆਨੀ, ਸੋਈ ਪੁਰਖ ਸੁਭਾਈ। ਅੱਛਾ ਕਹਿੰਦੇ ਅਸਲ ਵਿੱਚ ਗਿਆਨੀ ਵੀ ਉਹੀ ਹੈ। ਗਿਆਨੀ ਕਹੀਏ ਗਿਆਨਵਾਨ ਵਿਅਕਤੀ ਵੀ ਉਹ ਹੈ, ਧਿਆਨੀ ਕਹੀਏ ਧਿਆਨ ਲਾਉਣ ਵਾਲਾ, ਆਪਣੇ ਧਿਆਨ ਨੂੰ ਟਿਕਾਉਣ ਵਾਲਾ, ਧਿਆਨ ਵਿੱਚ ਪ੍ਰਮਾਤਮਾ ਦੇ ਦਿਦਾਰੇ ਪ੍ਰਾਪਤ ਕਰਨ ਵਾਲਾ ਵੀ ਉਹ ਹੈ। ਸੋਈ ਪੁਰਖ ਸੁਭਾਈ, ਸੁਭਾਈ ਤੋਂ ਭਾਵ ਪ੍ਰੇਮੀ ਪੁਰਖ, ਪ੍ਰੇਮ ਕਰਨ ਵਾਲਾ। ਇਹ ਸਾਰੇ ਉਹੀ ਨੇ। ਗਿਆਨੀ ਵੀ ਉਹ ਹੈ, ਧਿਆਨੀ ਵੀ ਉਹ ਵਿਅਕਤੀ ਹੈ, ਜਾਂ ਪ੍ਰੇਮੀ ਵੀ ਉਹ ਵਿਅਕਤੀ ਹੈ। ਕਿਹੜਾ ਵਿਅਕਤੀ ਇਹੋ ਜਿਹਾ ਹੈ? ਤੇ ਮਹਾਰਾਜ ਫਰਮਾਉਂਦੇ ਹਨ, ਕਉ ਨਾਨਕ ਜਿਸ ਭੈ ਦਇਆਲਾ। ਜਿਹਦੇ ਉੱਪਰ ਪ੍ਰਮਾਤਮਾ ਕਿਰਪਾਲੂ ਹੋਇਆ ਹੈ, ਜਿਹਦੇ ਤੇ ਰੱਬ ਮਿਹਰਬਾਨ ਹੋ ਗਿਆ। ਅਸਲ ਦੇ ਵਿੱਚ ਗਿਆਨੀ ਵੀ ਉਹੀ ਹੈ, ਧਿਆਨੀ ਵੀ ਉਹੀ ਹੈ, ਤੇ ਪ੍ਰੇਮੀ ਵੀ ਉਹੀ ਹੈ। ਉਸ ਨੂੰ ਹੀ ਪ੍ਰੇਮੀ ਕਿਹਾ ਜਾਵੇਗਾ, ਪ੍ਰੇਮ ਮਨ ਵਿੱਚ ਰੱਖਣ ਵਾਲਾ। ਉਸ ਨੂੰ ਵੀ ਪ੍ਰਮਾਤਮਾ ਦਾ ਧਿਆਨ ਲਾਉਣ ਵਾਲਾ, ਪ੍ਰਮਾਤਮਾ ਦੇ ਗਿਆਨ ਪ੍ਰਾਪਤ ਕਰਨ ਵਾਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹੋ ਨਾਨਕ ਜਿਸ ਭੈ ਦਿਆਲਾ, ਜਿਹਦੇ ਉੱਪਰ ਆਪ ਜੀ ਦਿਆਲੂ ਹੋ ਜਾਂਦੇ ਹੋ, ਮਿਹਰਬਾਨ ਹੋ ਜਾਂਦੇ ਹੋ, ਉਹੀ ਗੁਰਮੁਖ ਜਿਹੜੇ ਨੇ ਗਿਆਨ, ਧਿਆਨ ਤੇ ਪ੍ਰੇਮ ਦੀ ਪ੍ਰਾਪਤੀ ਕਰਦੇ ਹਨ। ਤਾਂ ਕੋ ਮਨ ਤੇ ਬਿਸਰ ਨਾ ਜਾਈ। ਗੁਰਮੁਖਾਂ ਨੂੰ ਫਿਰ ਆਪ ਜੀ ਕਦੇ ਮਨ ਤੋਂ ਭੁਲਾਉਂਦੇ ਨਹੀਂ। ਤੁਸੀਂ ਉਹਨਾਂ ਗੁਰਮੁਖਾਂ ਨੂੰ ਜਿਹੜੇ ਪ੍ਰੇਮੀ ਬਣੇ ਨੇ, ਗਿਆਨੀ ਬਣੇ ਨੇ, ਧਿਆਨੀ ਬਣੇ ਨੇ, ਉਹਨਾਂ ਨੂੰ ਕਦੇ ਵੀ ਮਨ ਤੋਂ ਭੁਲਾਉਂਦੇ ਨਹੀਂ ਹੋ। ਜਾਂ ਉਹ ਜਿਹੜੇ ਪ੍ਰੇਮੀ ਪੁਰਖ ਨੇ, ਉਹ ਕਦੇ ਵੀ ਆਪਣੇ ਮਨ ਤੋਂ ਆਪ ਜੀ ਦਾ ਚਿੰਤਨ ਨਹੀਂ ਛੱਡਦੇ। ਆਪ ਜੀ ਦੇ ਚਿੰਤਨ ਨੂੰ, ਧਿਆਨ ਨੂੰ ਹਰ ਵੇਲੇ ਕਰਦੇ ਹਨ। ਸੋਠ ਮਹਲਾ ਪੰਜਵਾ, ਸਗਲ ਸਮਗਰੀ ਮੋਹਿ ਵਿਆਪੀ, ਕਬ ਉੱਚੇ ਕਬ ਨੀਚੇ। ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਦੁਨੀਆ ਦੇ ਲੋਕ ਆ ਨਾ, ਅਸੀਂ ਕੇਵਲ ਆਪਣੇ ਬਾਰੇ ਸੋਚਦੇ। ਕੋਈ ਆਪਣੇ ਪਰਿਵਾਰ ਬਾਰੇ ਸੋਚਦਾ, ਕੋਈ ਆਪਣੇ ਖਾਨਦਾਨ ਬਾਰੇ ਸੋਚਦਾ, ਜਾਂ ਕੋਈ ਬਹੁਤਾ ਮਤਲਬੀ ਹੈ ਤੇ ਉਹ ਆਪਣੇ ਆਪ ਬਾਰੇ ਸੋਚਦਾ, ਬਸ ਮੇਰਾ ਕੀ ਹੋਵੇ। ਮਹਾਰਾਜ ਇੱਥੇ ਬਚਨ ਕਰਦੇ ਕਹਿਣ ਲੱਗੇ, ਭਾਈ ਸਗਲ ਸਮਗਰੀ, ਸਮਗਰੀ ਤੋਂ ਭਾਵ ਜਿੰਨੀ ਸ੍ਰਿਸ਼ਟੀ ਹੈ ਨਾ, ਇਹ ਸਾਰੀ ਦੀ ਸਾਰੀ ਮੋਹੇ ਵਿਆਪੀ, ਇਹ ਸਾਰੀ ਮੋਹ ਵਿੱਚ ਫਸੀ ਹੋਈ ਹੈ। ਇੱਕ ਨਹੀਂ, ਸਾਰੀ ਸ੍ਰਿਸ਼ਟੀ। ਤੇ ਸਾਰੀ ਸ੍ਰਿਸ਼ਟੀ ਵਿੱਚ ਪਸ਼ੂ ਵੀ ਆ ਜਾਂਦੇ, ਪੰਛੀ ਵੀ ਆ ਜਾਂਦੇ, ਜੋ ਕੀੜਾ ਮਕੌੜਾ ਦੁਨੀਆ ਤੇ ਬਣਿਆ, 84 ਲੱਖ ਜੂਨਾਂ ਬਣੀਆਂ। ਸਗਲ ਸਮਗਰੀ ਮੋਹੇ ਵਿਆਪੀ, ਇਹ ਸਾਰੀ ਸਮਗਰੀ, ਸਾਰੀ ਸ੍ਰਿਸ਼ਟੀ ਜੋ ਹੈ, ਇਹ ਸ੍ਰਿਸ਼ਟੀ ਦੇ ਜਿੰਨੇ ਜੀਵ ਨੇ, ਇਹ ਸਾਰੇ ਮੋਹ ਦੇ ਵਿੱਚ ਫਸੇ ਹੋਏ। ਤੇ ਉਹ ਮੋਹ ਵਿੱਚ ਫਸਣ ਕਰਕੇ ਕੀ ਹੁੰਦਾ ਹੈ, ਕਬ ਉੱਚੇ ਕਬ ਨੀਚੇ। ਮੋਹ ਦੇ ਵਿੱਚ ਪੈਣ ਕਰਕੇ ਕਦੇ ਤੇ ਉੱਚੇ ਉੱਚੇ ਸੰਕਲਪ ਆਉਂਦੇ, ਵੱਡੇ ਵੱਡੇ ਸੰਕਲਪ ਆਉਂਦੇ ਦੁਨੀਆ ਦੇ ਭਲੇ ਦੇ, ਵੀ ਮੈਂ ਆਹ ਭਲੇ ਦਾ ਕੰਮ ਕਰ ਦੇਵਾਂ, ਮੈਂ ਆਹ ਜਗ ਕਰ ਦੇਵਾਂ, ਮੈਂ ਆਹ ਪੁੰਨ ਕਰ ਦੇਵਾਂ, ਮੈਂ ਆਹ ਦਾਨ ਕਰ ਦੇਵਾਂ।
बड़े वड्डे वड्डे संकल्प लैंदा है कि मैं ये करांगा तो मैनू ये प्राप्ति होवेगी। कदे मन में सोचता है इन्हां संकल्पां नूं करके मैं स्वर्गां की प्राप्ति वाला बन जावां, स्वर्गवासी बन जावां, स्वर्गां दा राजा बन जावां। ऐसे वड्डे संकल्प करदा जग दे, पुन दे, दान दे, दुनिया दे भले दे। कब नीचे कदे इहदे मन में नीवें संकल्प आ जाते, माड़ी सोच आ जाती है। मैं किसी का काम किवें बिगाड़ना है, मैं किसी नूं दुख किवें देना है, मैं किसी की रोजी रोटी किवें खोनी है, मैं चोरी किवें करनी है, डाका किवें मारना, कुकर्म किवें करना है। सतगुरु पातशाह कहन लगे मोह दा बद्धा होया बंदा कदे ते उच्चे उच्चे संकल्प करदा, कदे ते चंगे चंगे फुरने करदा, पुन दे, दान दे, भजन दे, बंदगी दे, इसे तरह जग वगैरह करन दे। कब नीचे ते कदे दे मन विच नीवें संकल्प आ जांदे, माड़ियां शरारतां, माड़ियां गल्लां, माड़ियां विचारां, दुख देण वालियां। महाराज कहन लगे कबहू जियड़ा ऊब चढ़त है, कबहू जाए प्याले। ये मन इहो जिहा शरारती है, कदे तो इन्ना उच्चा उठ पैंदा भी दुनिया की मोह ममता में छड्ड के परे हो जाता, दुनिया वालों उपराम हो जाता। कबहू जियड़ा ऊब चढ़त है, कबहू जाए प्याले। कदे इन्ना नीच हरकत ते उतर आउंदा है भी वो हरकत इसकी कही नहीं जा सकती। कदे मन नूं इन्ना उपराम कर लैंदा, घर छड्ड के बाहर चले जांदा है तो दुनिया दे नाल बाहर प्यार करता है, किसी नूं माड़ा नहीं वेखदा, किसी बारे माड़ा सोचता नहीं। कदे इहदा मन इन्ना गिर जाता है अपने घर दे विच ही कुकर्म कर लग्या डेरी नहीं लाउंदा, घरे ही कुकर्म करके बैठ जाता। अज आपां खबरां दे विच अखबारां दे विच इहो जिहियां कई घटनावां पढ़दे कुकर्म करन वालियां जिहड़ियां कि मनुख नूं शर्मिंदा कर देण। महाराज कहन लगे ये कलयुगी जीवां दे संकल्प इन्ने नीवे इन्ने गिर जाते कि कुकर्म जदों करते सब तो भैड़ा कुकर्म करते। महाराज बख्शिश करते कहन लगे सगल समगरी मोहे व्यापी, कब ऊंचे कब नीचे। ये दुनिया मोह दे विच फसी हुई। उच्चे संकल्प करता तो बड़े चंगे चंगे काम करके दुनिया नूं विखाउंदा है। उही चंगे कर्म करन वाला जदों इहदे संकल्प माड़े बन जाते, नाले ते हत्या कर दिंदा है, नाले कुकर्म भी करता है, नाले हत्या करन वाले नूं बड़े बड़े तसीहे दे दे के मारदा है। पातशाह कहंदे ऐसे कुकर्मी जीव जिहड़े ने उच्चे ते नीवें संकल्पां नूं करदे ने, संकल्प तो भाव फुरने करदे ने, कदे चंगे ते कदे माड़े। फिर महाराज बख्शदे हन सगल समगरी मोहे व्यापी, कब ऊंचे कब नीचे। अच्छा कह लगे ये सारी समगरी जिहड़ी सृष्टि है ना मूह कहिए अज्ञान विच फसी है। अज्ञानता दे हनेरे विच ये जीव फसे हुए ने, अज्ञान सारियां नूं घेर के बैठा होया। कब ऊंचे कदे ते ऊंचे चले जाते, स्वर्गां की प्राप्ति वाले बन जाते, अते कब नीचे कदे कोई माड़े कर्म करके ते नरकां विच पै जाते। हुण जीव उही है जिसने कुछ चंगे कर्म करके पहला स्वर्गां दा सुख भोगिया, फिर दुनिया में आके जन्म लिया, इत्थे आके माड़े कर्म कीते। हुण उही आत्मा जिहड़ी है नरकां विच पै के दुख भोगदी पई है। ये काहदे नाल होया? महाराज कहंदे अज्ञान करके, बेसमझी करके। कदे उच्चे स्वर्गां दे सुख माणदा, कदे नीचे कहिए नरकां दे दुख माणदा है। जहाँ आप इस तरह कह लीए कदे अपनी जिंदगी में अच्छे अच्छे कर्म करके इस मनुखा जन्म के ही स्वर्गां वर्गी जिंदगी भोगदा है, ते कदे इन्हां जन्मां विच कुकर्म ते माड़े पाप करके इसे जिंदगी दे विच नरक भोगदा है। ऐसी इसकी हालत जीव की बनी हुई है। सगल समगरी मोहे व्यापी, कब ऊंचे कब नीचे। अज्ञानता विच फसिया होया, कदे स्वर्गां की इच्छा रखदा है, कदे नरकां में चले जाता है। ऐसी इसकी हालत जीव की बनी हुई है। शुद्ध न होइए काहू जतना, ओढ़क को न पहुंचा। जपण तो बिना जिन्ना चिर नाम नहीं ना जपदे उन्ना चिर यतन जिन्ने मर्जी कर लो। कई बारी असीं सोचते हाँ कि दूजे धर्मां दे विच व्रत करना दसिया जाता है, पुण्य करना दसिया जाता है, पूजा करनी दसी जाती है, इस तरह दान पुण्य करना दसिया जाता। वो सारे लोग करते, बड़े सौखे कर्म ने, बड़े बड़े सौखे त्यौहार ने उन्हां दे कोल, वो मनाउंदे पए। सानू इन्हां गल्लां तो वर्जित कीता होया, रोकिया होया। ते गुरु नानक देव पातशाह कह लगे भाई बचने शुद्ध ना हुई है काहू जतना।
ਤੈਨੂੰ ਨਾਮ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਨਾਨਕ ਕੇ ਘਰ ਕੇਵਲ ਨਾਮ, ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਦੀ ਗੱਲ ਹੈ। ਤੈਨੂੰ ਨਾਮ ਬਖਸ਼ਿਸ਼ ਕੀਤਾ। ਨਾਮ ਤੋਂ ਬਿਨਾ ਜਿੰਨੇ ਮਰਜ਼ੀ ਜਗ ਪੁੰਨ ਦਾਨ ਬ੍ਰਤ ਰੱਖ ਲਾ। ਤੇ ਪਾਤਸ਼ਾਹ ਕਹਿਣ ਲੱਗੇ ਇਹ ਬ੍ਰਤ ਰੱਖੇ ਹੋਏ, ਇਹ ਪੁੰਨ ਦਾਨ ਕੀਤੇ ਹੋਏ, ਇਹ ਓੜਕ ਤੱਕ ਤੇਰੇ ਨਾਲ ਨਹੀਂ ਪਹੁੰਚਣਗੇ। ਓੜਕ ਕਹਿੰਦੇ ਅਖੀਰ ਤੱਕ, ਜਿੱਥੋਂ ਤੱਕ ਤੂੰ ਜਾਣਾ ਨਾ ਇਹ ਉੱਥੋਂ ਤੱਕ ਪਹੁੰਚਣਗੇ ਨਹੀਂ। ਤੇਰੀ ਮੰਜ਼ਿਲ ਬੜੀ ਲੰਮੀ ਹੈ। ਜਦੋਂ ਜਮਾਂ ਨੇ ਤੈਨੂੰ ਲੈ ਕੇ ਜਾਣਾ ਨਾ ਇਸ ਦੁਨੀਆ ਤੋਂ, ਰਸਤੇ ਵਿੱਚ ਚੱਲਦਿਆਂ ਤੈਨੂੰ ਭੁੱਖ ਲੱਗ ਗਈ, ਤੈਨੂੰ ਪਿਆਸ ਲੱਗ ਗਈ, ਤੈਨੂੰ ਕੋਈ ਦੁੱਖ ਹੋਇਆ ਤੇ ਤੂੰ ਦੁੱਖ ਦੇ ਨਾਲ ਕੁਰਲਾਇਆ ਤੇ ਉਸ ਵੇਲੇ ਜਮਾਂ ਦੇ ਕੋਲੋਂ ਸਹਾਇਤਾ ਮੰਗ ਲਵੇਂਗਾ, ਮੈਨੂੰ ਇਹ ਚੀਜ਼ ਦਿੱਤੀ ਜਾਵੇ। ਕਹਿਣ ਲੱਗੇ ਉਹ ਦੁਨੀਆ ਵਿੱਚ ਜਿਹੜੇ ਤੂੰ ਪੁੰਨ ਦਾਨ ਕੀਤੇ, ਜਗ ਕੀਤੇ, ਕੋਈ ਨਿੱਕੇ ਮੋਟੇ ਇਹ ਬਰਤ ਵਗੈਰਾ ਰੱਖੇ, ਤੇਰੇ ਰਸਤੇ ਵਿੱਚ ਹੀ ਖੋਏ ਜਾਣੇ। ਜਮਾਂ ਨੇ ਰਿਸ਼ਵਤ ਦੇ ਰੂਪ ਦੇ ਵਿੱਚ ਉਹ ਸਭ ਕੁਝ ਤੇਰੇ ਕੋਲੋਂ ਲੈ ਲੈਣਾ, ਪਰ ਜਿੱਥੇ ਜਾ ਕੇ ਤੇਰਾ ਲੇਖਾ ਹੋਣਾ ਨਾ ਓੜਕ ਅਖੀਰ ਤੇ ਜਾ ਕੇ, ਉਦੋਂ ਤੇਰੇ ਕੋਲ ਕੁਝ ਨਹੀਂ ਰਹਿ ਜਾਣਾ। ਜੇ ਕੋਈ ਬੰਦਾ ਘਰੋਂ ਪੈਸਾ ਲੈ ਕੇ ਚੱਲੇ ਤੇ ਪੈਸੇ ਦੇ ਨਾਲ ਕੋਈ ਵਸਤੂ ਖਰੀਦ ਕੇ ਲੈ ਕੇ ਆਉਣੀ ਹੈ, ਪਰ ਰਸਤੇ ਵਿੱਚ ਜਾਂਦਿਆਂ ਹੀ ਉਹ ਮਾਇਆ ਖਰਚਦਾ ਜਾਵੇ ਤੇ ਜਿੱਥੇ ਜਾ ਕੇ ਉਹਨੇ ਪਹੁੰਚਣਾ ਉੱਥੇ ਜਾਂਦਿਆਂ ਨੂੰ ਸਾਰੀ ਮਾਇਆ ਮੁਕਾ ਕੇ ਹੀ ਬੈਠ ਜਾਵੇ ਤੇ ਫਿਰ ਉਹ ਖਰੀਦ ਕੇ ਕੀ ਲਿਆਵੇਗਾ। ਮਹਾਰਾਜ ਕਹਿੰਦੇ ਐਸੀ ਤੇਰੀ ਹਾਲਤ ਹੈ ਬੰਦਿਆ, ਜਿੰਨੇ ਕੋ ਪੁੰਨ ਦਾਨ ਇਹ ਤੂੰ ਇਕੱਠੇ ਕੀਤੇ ਨੇ ਨਾ, ਬਰਤ ਵਗੈਰਾ ਰੱਖੇ, ਜੋ ਵੀ ਕੀਤਾ ਇਹ ਤੇਰੇ ਰਸਤੇ ਵਿੱਚ ਹੀ ਖਾਧੇ ਜਾਣੇ ਨੇ। ਜਦੋਂ ਜਮਾਂ ਦੇ ਕੋਲ ਜਾ ਕੇ ਲੇਖਾ ਜੋਖਾ ਹੋਣਾ, ਉਹਨੇ ਚਿਰ ਨੂੰ ਤੂੰ ਖਾਲੀ ਹੱਥੀ ਹੋ ਜਾਣਾ, ਕੁਝ ਨਹੀਂ ਰਹਿ ਜਾਣਾ। ਸੁਧ ਨਾ ਹੋਈ ਹੈ ਕਾਹੂ ਜਤਨਾ, ਨਾਮ ਜਪੇ ਤੋਂ ਬਿਨਾ ਤੇਰਾ ਮਨ ਸ਼ੁੱਧ ਨਹੀਂ ਹੋਣਾ। ਓੜਕ ਕੋ ਨਾ ਪਹੁੰਚੇ, ਜਿੱਥੇ ਤੂੰ ਅਖੀਰ ਤੇ ਪਹੁੰਚਣਾ ਹੈ ਉਥੇ ਤੇਰਾ ਚੰਗਾ ਕੀਤਾ ਕਰਮ ਕੋਈ ਵੀ ਤੇਰੇ ਨਾਲ ਉਥੇ ਪਹੁੰਚਿਆ ਨਹੀਂ ਹੋਣਾ। ਇਹ ਪੁੰਨ ਦਾਨ ਰੱਖੇ ਹੋਏ ਬ੍ਰਤ, ਇਹ ਕੀਤੀ ਹੋਈ ਤੀਰਥ ਯਾਤਰਾ ਰਸਤੇ ਵਿੱਚ ਹੀ ਰਹਿ ਜਾਣੀ ਹੈ। ਤੀਰਥ ਬਰਤ ਯਾਰ ਦਾਨ ਕਰ, ਦਾਨ ਕੀਤਾ, ਯਾਤਰਾ ਕਰ ਲਈ, ਨੰਗੇ ਪੈਰੀ ਤੁਰਿਆ ਫਿਰਿਆ। ਸੋ ਅਨ ਮਤਾਂ ਦੇ ਵਿੱਚ, ਹੋਰਾਂ ਮਤਾਂ ਦੇ ਵਿੱਚ ਆਪਾਂ ਦੇਖਦੇ ਹਾਂ ਨੰਗੇ ਪੈਰੀ ਲੋਕ ਤੁਰੇ ਜਾਂਦੇ, ਕੋਈ ਸਾਈਕਲਾਂ ਤੇ ਤੁਰਿਆ ਜਾਂਦਾ ਹੈ, ਕੋਈ ਭੱਜਾ ਜਾਂਦਾ ਮੈਂ ਤੀਰਥ ਯਾਤਰਾ ਕਰਨ ਚੱਲਿਆ, ਤੀਰਥ ਯਾਤਰਾ ਕਰਨ ਚੱਲਿਆ। ਵੇਖੋ ਵੇਖੀ ਆਪਾਂ ਵੀ ਉਹਦੇ ਮਗਰ ਹੀ ਦੌੜ ਪਏ, ਪਰ ਸਾਨੂੰ ਸਭ ਤੋਂ ਵੱਡੀ ਦਾਤ ਮਹਾਰਾਜ ਨੇ ਨਾਮ ਦੀ ਦਿੱਤੀ ਹੈ। ਮਹਾਰਾਜ ਕਹਿਣ ਲੱਗੇ ਭਾਈ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਤੇ ਘਰੇ ਬੈਠਿਆਂ ਹੀ ਪ੍ਰਾਪਤ ਹੋ ਜਾਂਦਾ ਹੈ। ਸੋ ਪੂਜਾ ਕੀਚੈ, ਪੂਜਾ ਕਰਨੀ, ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਮਹਾਰਾਜ ਜੀਆਂ ਦਾ ਬਚਨ ਆਪਾਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਭਾਈ ਨਾਮ ਸਾਰਿਆਂ ਤੋਂ ਵੱਡੀ ਦਾਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਤੈਨੂੰ ਬਖਸ਼ੀ ਹੈ ਗੁਰੂ ਕਿਆ ਸਿੱਖਾ, ਕਿਉਂਕਿ ਨਾਮ ਦੇ ਬਰਾਬਰ ਕੋਈ ਦੁਨੀਆ ਦੀ ਚੀਜ਼ ਪਹੁੰਚਦੀ ਨਹੀਂ ਹੈ। ਇਹ ਦੁਨੀਆ ਦੇ ਕੀਤੇ ਹੋਏ ਬ੍ਰਤ ਰੱਖੇ ਹੋਏ, ਯਾਤਰਾ ਕੀਤੀ ਹੋਈ, ਇਹ ਪੁੰਨ ਦਾਨ ਕੀਤੇ, ਇਹ ਰਸਤੇ ਵਿੱਚ ਮੁੱਕ ਜਾਣੇ। ਸੋ ਮਹਾਰਾਜ ਜੀ ਫਿਰ ਬਖਸ਼ਿਸ਼ ਕਰਦੇ ਹਨ। ਸੁਧ ਨ ਹੋਈਏ ਕਾਹੂ ਜਤਨਾ, ਓੜਕ ਕੋ ਨ ਪਹੁੰਚੈ। ਨਾਮ ਗੁਰਮੁਖੋ ਮੋਕਸ਼ ਦਾ ਵੀ ਹੈ। ਦੂਸਰਾ ਅਰਥ ਜਿਹੜਾ ਹੈ ਉਹ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਇਹ ਕੀਤਾ, ਓੜਕ ਨਾਮ ਮੋਕਸ਼, ਜਿਸ ਨੂੰ ਮੁਕਤੀ ਕਹਿ ਦਿੰਦੇ ਆ, ਮੋਹ ਕਹਿ ਦਿੰਦੇ ਆ। ਕਹਿਣ ਲੱਗੇ ਦੁਨੀਆ ਦੇ ਕੀਤੇ ਯਤਨ ਰਸਤੇ ਵਿੱਚ ਰਹਿ ਜਾਣੇ, ਇਹਨਾਂ ਯਤਨਾਂ ਨੇ ਤੈਨੂੰ ਮੁਕਤੀ ਤੱਕ ਲੈ ਕੇ ਜਾਣਾ ਹੀ ਨਹੀਂ ਹੈ। ਮੁਕਤੀ ਤੱਕ ਤੇਰੇ ਕੀਤੇ ਹੋਏ ਯਤਨ ਜਿਹੜੇ ਨੇ ਇਹ ਨਾਲ ਨਹੀਂ ਜਾਣਗੇ। ਜਾਂ ਓੜਕ ਦਾ ਅਰਥ ਪਰਮਾਤਮਾ ਵੀ ਕੀਤਾ ਹੈ, ਵੀ ਉਹ ਜਿਹੜਾ ਪਰਮਾਤਮਾ ਹੈ ਨਾ ਉਹਦੇ ਤੱਕ ਇਹਨਾਂ ਯਤਨਾਂ ਨੇ ਲੈ ਕੇ ਨਹੀਂ ਜਾਣਾ। ਜਿਹੜੇ ਤੂੰ ਕਰਦਾ ਪਿਆ ਨਾ ਪੁੰਨ ਦਾਨ ਤੀਰਥ ਯਾਤਰਾ ਵਗੈਰਾ ਬ੍ਰਤ ਰੱਖ ਕੇ, ਇਹਨਾਂ ਯਤਨਾਂ ਨੇ ਤੈਨੂੰ ਰੱਬ ਤੱਕ ਲੈ ਕੇ ਜਾਣਾ ਹੀ ਨਹੀਂ। ਰਸਤੇ ਵਿੱਚ ਹੀ ਵਿਚਾਰੇ ਸਾਰਾ ਕੁਝ ਰਹਿ ਜਾਣਾ। ਪਰਮਾਤਮਾ ਤੱਕ ਤੇ ਤੈਨੂੰ ਕੇਵਲ ਨਾਮ ਨੇ ਲੈ ਕੇ ਜਾਣਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਨੇ ਤੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੇਰੇ ਮਨ ਸਾਧ ਸਰਨ ਛੁਟਕਾਰਾ, ਬਣਾ ਪੂਰਨ ਸਾਧੂ ਦੀ ਸੰਗਤ ਵਿੱਚ ਜਾਵੇਂਗਾ, ਉੱਥੇ ਬੈਠ ਕੇ ਨਾਮ ਜਪੇਂਗਾ ਤਾਂ ਛੁਟਕਾਰਾ ਹੋਣਾ, ਤਾਂ ਤੂੰ ਜਮਾ ਕੋਲੋਂ ਛੁੱਟਣਾ ਹੈ। ਬਿਨ ਗੁਰ ਪੂਰੇ ਜਨਮ ਮਰਨ ਨ ਰਹੀ, ਫਿਰ ਆਵਤ ਬਾਰੋ ਬਾਰਾ। ਫਰਮਾਉਂਦੇ ਕਹਿਣ ਲੱਗੇ ਪੂਰਿਆਂ ਗੁਰਾਂ ਤੋਂ ਬਿਨਾ ਜੰਮਣ ਮਰਨ ਕਦੇ ਮੁੱਕਦਾ ਨਹੀਂ ਹੈ, ਖਤਮ ਨਹੀਂ ਹੁੰਦਾ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ, ਦੁਨੀਆ ਦੇ ਅਧੂਰੇ ਗੁਰੂ ਤੇ ਬੜੇ ਬਣ ਕੇ ਬੈਠੇ। ਆਪਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੀ ਗੱਲ ਕਰੀਏ, ਗੁਰੂ ਪੂਰਾ ਤੇ ਇੱਕ ਹੈ, ਪਰ ਇੱਕ ਦੇ ਮੁਕਾਬਲੇ 22 ਉਥੇ ਨਕਲੀ ਗੁਰੂ ਬਣ ਕੇ ਬੈਠੇ। ਉਦੋਂ ਤੇ 22 ਕੇਵਲ 22 ਗਿਣਤੀ ਹੈ, ਉਸ ਤੋਂ ਬਾਅਦ ਵਿੱਚ 2200 22,000 ਅੱਜ ਤੇ 22 ਲੱਖਾਂ ਬਣ ਕੇ ਬੈਠੇ ਹੋਏ।
ਪੂਰਾ ਗੁਰੂ ਇੱਕ ਹੈ, ਨਕਲੀ 22 ਬਣ ਕੇ ਬੈਠੇ। ਕਿੰਨੀ ਗਿਣਤੀ ਵੱਧ ਗਈ। ਅੱਜ ਪੂਰਾ ਗੁਰੂ ਇੱਕ ਹੈ ਤੇ ਨਕਲੀ ਲੱਖਾਂ ਦੀ ਗਿਣਤੀ ਵਿੱਚ ਹੋ ਗਏ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ। ਪੂਰੇ ਗੁਰੂ ਤੋਂ ਬਿਨਾ ਤੇਰਾ ਜੰਮਣ ਮਰਨ ਰੁਕਣਾ ਨਹੀਂ, ਖਤਮ ਨਹੀਂ ਹੋਣਾ ਹੈ, ਇਹਦੇ ਵਿੱਚ ਆਉਣਾ ਪੈਣਾ ਹੈ। ਸੋ ਫਿਰ ਆਵਤ 12 ਵਾਰ ਆਵੇਂਗਾ, ਜਨਮ ਲੈ ਕੇ ਮਰ ਕੇ ਜਾਵੇਂਗਾ, ਜਿੰਨਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਹੈ। ਰਹਾਉ ਉਹ ਜੋ ਭਰਮ ਭੁਲਾਵਾ ਕਹੀਐਤ, ਤਿਨ ਮੈਂ ਉਰਜਿਓ ਸਗਲ ਸੰਸਾਰਾ। ਪਾਤਸ਼ਾਹ ਕਹਿਣ ਲੱਗੇ, ਉਹ ਜਿਹੜਾ ਭਰਮ ਰੂਪੀ ਭੁਲਾਵਾ ਹੈ, ਭੁਲਾਵਾ ਕਹੀਏ ਭੁਲਾਉਣ ਵਾਲਾ ਜਿਹੜਾ ਭਰਮ ਹੈ ਨਾ, ਇਹਦੇ ਵਿੱਚ ਸਾਰਾ ਸੰਸਾਰ ਫਸਿਆ ਹੋਇਆ। ਕਈ ਵਾਰੀ ਕੋਈ ਕੰਮ ਇਹੋ ਜਿਹਾ ਹੁੰਦਾ ਹੈ, ਅਸੀਂ ਫੈਸਲਾ ਨਹੀਂ ਕਰ ਪਾਉਂਦੇ ਮੈਂ ਕੀ ਕਰਾਂ। ਉਦੋਂ ਅਸੀਂ ਕੀ ਕਰਦੇ ਹਾਂ, ਦੂਜੇ ਵੱਲ ਵੇਖਦੇ ਹਾਂ, ਮੇਰਾ ਗੁਆਂਢੀ ਕੀ ਕਰੇਗਾ, ਮੇਰਾ ਚਾਚਾ ਤਾਇਆ ਕੀ ਕਰਦਾ ਪਿਆ, ਜਾਂ ਪਿੱਛੇ ਕਿਸੇ ਨੇ ਕੀ ਕੀਤਾ ਹੈ, ਪਿੰਡ ਦਾ ਕੋਈ ਮੋਹਤਬਾਰ ਕੀ ਕਰਦਾ, ਜਿਵੇਂ ਉਹ ਲੋਕ ਕਰਨਗੇ ਆਪਾਂ ਵੀ ਉਵੇਂ ਹੀ ਕਰਾਂਗੇ। ਮਹਾਰਾਜ ਕਹਿਣ ਲੱਗੇ, ਤੂੰ ਤੇ ਇੱਕ ਵੱਲ ਵੇਖਦਾ ਪਿਆ, ਦੋਵਾਂ ਦੇ ਵੱਲ ਵੇਖਦਾ ਪਿਆ, ਇੱਥੇ ਤੇ ਸਾਰਾ ਸੰਸਾਰ ਹੀ ਭਰਮ ਦੇ ਵਿੱਚ ਭਰਮਿਆ ਪਿਆ ਹੈ। ਕਿਹਦੇ ਵੱਲ ਵੇਖੇਗਾ ਵੀ ਦੂਜੇ ਵੱਲ ਵੇਖ ਕੇ ਫੈਸਲਾ ਲੈ ਲਵਾਂ, ਨਹੀਂ ਫੈਸਲਾ ਹੋਣਾ। ਸਾਰੀ ਦੁਨੀਆ ਭਰਮ ਦੇ ਵਿੱਚ ਕਹਿਣ ਲੱਗੇ ਭੁੱਲੀ ਹੋਈ ਹੈ। ਪੂਰਨ ਭਗਤ ਪੁਰਖ ਸੁਆਮੀ ਕਾ, ਸਰਬ ਥੋਕ ਤੇ ਨਿਆਰਾ। ਜਿਹੜਾ ਸਵਾਮੀ ਹੈ ਨਾ ਕਾਲ ਪੁਰਖ, ਉਹ ਸਵਾਮੀ ਦਾ ਭਗਤ ਜਿਹੜਾ ਉਹ ਪੂਰਨ ਹੁੰਦਾ ਗੁਣਾ ਕਰਕੇ, ਉਹ ਸਾਰੇ ਪਦਾਰਥਾਂ ਤੋਂ ਨਿਆਰਾ ਰਹਿੰਦਾ, ਅਸੰਗ ਰਹਿੰਦਾ, ਵੱਖਰਾ ਰਹਿੰਦਾ ਹੈ। ਨਿੰਦੋ ਨਾਹੀ ਕਾਹੂ ਬਾਤੇ, ਇਹੋ ਖਸਮ ਕਾ ਕੀਆ। ਅੱਜ ਕਹਿਣ ਲੱਗੇ, ਭਾਈ ਇਸ ਸੰਸਾਰ ਨੂੰ ਕਦੇ ਨਿੰਦਿਆ ਨਾ ਕਰੋ। ਸਾਡੇ ਵਿੱਚ ਬੜੇ ਬੜੇ ਔਗਣ ਨੇ ਜਿਹੜੇ ਜਾਣੇ ਤੇ ਅਣਜਾਣੇ ਅਸੀਂ ਕਰਦੇ ਹਾਂ। ਅਸੀਂ ਸੰਸਾਰ ਵਿੱਚ ਕੀ ਕਰਦੇ ਹਾਂ, ਇਹ ਚੀਜ਼ ਠੀਕ ਨਹੀਂ ਬਣੀ ਹੈ, ਆਹ ਕੰਮ ਠੀਕ ਨਹੀਂ ਹੋਇਆ ਹੈ, ਆਹ ਬੰਦਾ ਠੀਕ ਨਹੀਂ, ਆਹ ਜੀਵ ਠੀਕ ਨਹੀਂ, ਆਹ ਮੌਸਮ ਠੀਕ ਨਹੀਂ, ਆਹ ਰੁੱਤ ਠੀਕ ਨਹੀਂ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਨਿੰਦੋ ਨਾਹੀ ਕਾਹੂ ਬਾਤੈ। ਕਿਸੇ ਵੀ ਗੱਲ ਕਰਕੇ ਸੰਸਾਰ ਦੀ ਨਿੰਦਿਆ ਨਾ ਕਰ, ਦੁਨੀਆ ਦੀ ਨਿੰਦਿਆ ਨਾ ਕਰ, ਦੁਨੀਆ ਨੂੰ ਮਾੜਾ ਨਾ ਕਹਿ, ਸੰਸਾਰ ਨੂੰ ਮਾੜਾ ਨਾ ਕਹਿ। ਮਹਾਰਾਜ ਕਿਉਂ? ਕਹਿਣ ਲੱਗੇ, ਇਹੋ ਖਸਮ ਕਾ ਕੀਆ। ਇਹ ਦੁਨੀਆ ਤੂੰ ਥੋੜੀ ਬਣਾਈ ਹੈ, ਦੁਨੀਆ ਪਰਮਾਤਮਾ ਨੇ ਬਣਾਈ ਹੈ। ਪਰਮਾਤਮਾ ਦੀ ਬਣਾਈ ਦੁਨੀਆ ਦੀ ਨਿੰਦਿਆ ਕਰੇਗਾ ਤੇ ਫਿਰ ਤੈਨੂੰ ਉਹਦਾ ਫਲ ਤੇ ਮਿਲੇਗਾ ਨਾ। ਰੱਬ ਨੇ ਜੋ ਬਣਾਇਆ ਉਸ ਨੂੰ ਭਲਾ ਕਰਕੇ, ਚੰਗਾ ਕਰਕੇ ਜਾਨ, ਉਹਦੇ ਵਿੱਚ ਨੁਕਸ ਕੱਢਣ ਦਾ ਯਤਨ ਨਾ ਕਰ। ਨਿੰਦੋ ਨਾਹੀ ਕਾਹੂ ਬਾਤੇ, ਕਿਸੇ ਗੱਲ ਕਰਕੇ ਸੰਸਾਰ ਦੀ ਨਿੰਦਿਆ ਨਾ ਕਰ, ਇਹ ਚੰਗਾ ਹੈ ਕਿ ਮਾੜਾ ਹੈ। ਇਹੋ ਖਸਮ ਕਾ ਕੀਆ, ਇਹ ਸੰਸਾਰ ਨੂੰ ਪਰਮਾਤਮਾ ਨੇ ਬਣਾਇਆ ਹੈ। ਜਾ ਕੋ ਕਿਰਪਾ ਕਰੀ ਪ੍ਰਭ ਮੇਰੇ, ਮਿਲ ਸਾਧ ਸੰਗਤ ਨਾਉ ਲਿਆ। ਉੱਪਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਹ ਸੰਗਤ ਵਿੱਚ ਬੈਠ ਕੇ ਉਹਦੇ ਨਾਮ ਨੂੰ ਜਪਦੇ ਹਨ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਸਭਨਾ ਕਰਤ ਉਧਾਰਾ। ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਉਹ ਪਰਮਾਤਮਾ ਸਾਰਿਆਂ ਜੀਵਾਂ ਦਾ ਉਧਾਰ ਕਰਦਾ ਹੈ। ਪਰਮਾਤਮਾ ਦਾ ਰੂਪ ਸਤਿਗੁਰੂ ਨੇ, ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਨੇ ਸਤਿਗੁਰੂ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇਗਾ, ਗੁਰੂ ਨੇ ਇਹ ਨਹੀਂ ਵੇਖਣਾ ਵੀ ਤੇਰਾ ਖਾਨਦਾਨ ਕੀ ਹੈ, ਤੂੰ ਅਮੀਰ ਹੈ ਕਿ ਗਰੀਬ ਹੈ। ਗੁਰੂ ਨੇ ਇਹ ਨਹੀਂ ਵੇਖਣਾ ਵੀ ਕਪੜਾ ਤੂੰ ਮਹਿੰਗਾ ਗਲ ਵਿੱਚ ਪਾਇਆ ਕਿ ਸਸਤਾ ਪਾਇਆ। ਗੁਰੂ ਨੇ ਇਹ ਨਹੀਂ ਵੇਖਣਾ ਵੀ ਤੂੰ ਦੂਰੋਂ ਚੱਲ ਕੇ ਆਇਆ ਕਿ ਨੇੜਿਓਂ ਚੱਲ ਕੇ ਆਇਆ। ਗੁਰੂ ਨੇ ਇਹ ਨਹੀਂ ਵੇਖਣਾ ਵੀ ਤੂੰ ਦਾਨ ਕਿੰਨਾ ਕੀਤਾ ਹੈ। ਸਭਨਾ ਕਰਤ ਉਧਾਰਾ, ਗੁਰੂ ਦੀ ਸ਼ਰਨ ਵਿੱਚ ਜਿਹੜਾ ਵੀ ਆ ਜਾਂਦਾ ਹੈ, ਸਤਿਗੁਰੂ ਉਹਦਾ ਉਧਾਰ ਕਰ ਦਿੰਦੇ ਹਨ। ਕਹੋ ਨਾਨਕ ਗੁਰ ਬਿਨ ਨਹੀਂ ਤਰੀਐ, ਇਹੋ ਪੂਰਨ ਤਤ ਵਿਚਾਰਾ। ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਇੱਕ ਤਤ ਵਿਚਾਰ ਤੈਨੂੰ ਦੱਸਦੇ ਆ। ਤਤ ਵਿਚਾਰ ਕੀ ਹੁੰਦਾ? ਨਿਚੋੜ ਵਾਲੀ ਗੱਲ। ਜਿਵੇਂ ਆਪਾਂ ਕਹਿ ਦਿੰਦੇ ਆ ਵੀ 100 ਗੱਲਾਂ ਦੀ ਇੱਕ ਗੱਲ, ਆਪਾਂ ਆਮ ਹੀ ਕਹਿ ਦਿੰਦੇ ਆ ਵੀ 100 ਗੱਲਾਂ ਦੀ ਇੱਕ ਗੱਲ ਤੈਨੂੰ ਦੱਸਾਂ। ਉਹਦਾ ਮਤਲਬ ਇਹ ਹੁੰਦਾ ਵੀ ਨਿਚੋੜ, ਤਤ, ਅਖੀਰਲੀ ਗੱਲ, ਜਿਹਦੇ ਤੋਂ ਅੱਗੇ ਗੱਲ ਕੋਈ ਰਹਿ ਹੀ ਨਾ ਜਾਵੇ। ਗੁਰੂ ਪਾਤਸ਼ਾਹ ਕਹਿਣ ਲੱਗੇ, ਤਤ ਵਿਚਾਰਾ, ਤੈਨੂੰ ਤਤ ਦੀ ਗੱਲ ਦੱਸੀਏ, 100 ਗੱਲਾਂ ਦੀ ਇੱਕੋ ਗੱਲ ਦੱਸ ਦਿੰਦੇ, ਬਹੁਤੀਆਂ ਗੱਲਾਂ ਕਰਨ ਦੀ ਕੀ ਲੋੜ ਹੈ। ਸਾਰੀਆਂ ਗੱਲਾਂ ਦਾ ਤਤ, ਨਿਚੋੜ ਜਿਹੜਾ ਹੈ ਉਹ ਇਹ ਹੈ, ਕਹੋ ਨਾਨਕ ਗੁਰ ਬਿਨ ਨਹੀਂ ਤਰੀਐ। ਗੁਰੂ ਤੋਂ ਬਿਨਾ ਮੁਕਤੀ ਕਦੇ ਨਹੀਂ ਜੇ ਹੋਣੀ। ਕੁਝ ਲੋਕ ਆਖਦੇ ਨਾ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੈਨੂੰ ਗੁਰੂ ਵਾਲਾ 5 ਕਕਾਰ ਪਾਉਣ ਦੀ ਕੀ ਲੋੜ ਹੈ।
ਮੈਂ ਤੇ ਹਾਲੇ ਦੁਨੀਆ ਵਿੱਚ ਜਵਾਨ ਲੱਗਣਾ ਚਾਹੁੰਦਾ, ਮੈਂ ਅੰਮ੍ਰਿਤ ਨਹੀਂ ਛਕਣਾ ਚਾਹੁੰਦਾ, ਮੇਰੇ ਕੋਲ ਤੇ ਬੜਾ ਸਮਾਂ ਪਿਆ। ਇਹ ਅੱਜ ਦਾ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕਹਿਣ ਲੱਗੇ 100 ਗੱਲਾਂ ਦੀ ਇੱਕ ਗੱਲ ਹੈ, ਸਾਰੀਆਂ ਗੱਲਾਂ ਦਾ ਨਿਚੋੜ ਇੱਥੇ ਆ ਕੇ ਨਿਕਲਦਾ ਹੈ। ਕਹੋ ਨਾਨਕ ਗੁਰ ਬਿਨ ਨਹੀਂ ਤਰੀਐ, ਗੁਰੂ ਤੋਂ ਬਿਨਾ ਮੁਕਤੀ ਨਹੀਂ ਜੇ ਹੋਣੀ। ਛਾਲਾ ਜਿੰਨੀਆਂ ਮਰਜ਼ੀ ਕੋਈ ਮਾਰ ਲਵੇ, ਭੱਜ ਜਿੰਨਾ ਕੋਈ ਮਰਜ਼ੀ ਲਵੇ, ਜੇ ਮੁਕਤੀ ਲੈਣੀ ਹੈ ਤੇ ਗੁਰੂ ਸ਼ਰਨ ਵਿੱਚ ਆਉਣਾ ਪਵੇਗਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤ ਉਧਾਰਾ, ਕਹੋ ਨਾਨਕ ਗੁਰ ਬਿਨ ਨਹੀਂ ਤਰੀਐ, ਇਹੋ ਪੂਰਨ ਤਤ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ